तक हर साल 30 करोड़ कावड़ इंडिया ਦੇ ਵਿੱਚੋਂ ਉਠਾਈ ਜਾਂਦੀ ਹੈ ਹਰਿਦੁਆਰ ਤੇ ਬਾਬਾ ਧਾਮ ਦੀ। 30 ਕਰੋੜ ਕਾਵੜੀਆਂ ਚੋਂ ਹਲੇ ਤੱਕ ਦੇ ਇਤਿਹਾਸ ਵਿੱਚ ਕੋਈ ਕਾਵੜ ਉੱਥੇ ਨਹੀਂ ਪਹੁੰਚੀ ਸੀ ਕਿ ਅਸੀਂ 8 ਕਾਵੜੀਏ ਸੀ ਜਿਨ੍ਹਾਂ ਨੇ ਪਹਿਲੀ ਵਾਰ ਗੰਗੋਤਰੀ ਧਾਮ ਤੋਂ ਕਾਵੜ ਭਰ ਕੇ ਪੈਦਲ ਕਿੰਨਰ ਕੈਲਾਸ਼ ਦੇ ਉੱਪਰ ਚੜਾਈ ਸੀ। ਜਦੋਂ ਅਸੀਂ ਉੱਪਰ ਚੜ ਰਹੇ ਸੀਗੇ ਪੱਥਰਾਂ ਦਾ ਰਸਤਾ ਦੇਖ ਕੇ ਜਾਂਦੇ ਹੋਏ ਸਾਨੂੰ ਇੰਨਾ ਕੁ ਡਰ ਲੱਗ ਰਿਹਾ ਸੀਗਾ ਕਿ ਅਸੀਂ ਕਿਵੇਂ ਜਾਵਾਂਗੇ ਤੇ ਕਿਵੇਂ ਆਵਾਂਗੇ। ਪ੍ਰਭੂ ਮਹਾਦੇਵ ਦਾ ਆਸ਼ੀਰਵਾਦ ਸੀ ਕਿ ਅਸੀਂ ਉੱਪਰ ਪਹੁੰਚ ਗਏ। ਜਦ ਉੱਪਰ ਪਹੁੰਚੇ ਨਾ ਸਾਡੇ ਮਨ ਚੋਂ ਸਾਰੇ ਡਰ ਭੈ ਨਿਕਲ ਚੁੱਕੇ ਸੀਗੇ। ਸਾਨੂੰ ਇਹ ਸੀਗਾ ਸਾਡੀ ਮੰਜ਼ਿਲ ਆ ਗਈ, ਸਾਡੇ ਮਹਾਦੇਵ ਮਿਲ ਗਏ। ਸਾਰੇ ਭੋਲਿਆਂ ਦੀ ਅੱਖਾਂ 'ਚ ਹੰਝੂ ਸੀਗੇ, ਉੱਚੀ ਉੱਚੀ ਰੋ ਰਹੇ ਸੀਗੇ ਕਿ ਸਾਨੂੰ ਮਹਾਦੇਵ ਦੇ ਦਰਸ਼ਨ ਹੋ ਗਏ, ਕਿ ਸਾਡੀ ਪਹਿਲੀ ਕਾਵੜ ਯਾਤਰਾ ਸਫਲ ਹੋ ਗਈ, ਕਿ ਪਹਿਲੀ ਵਾਰ ਅਸੀਂ ਕਾਵੜ ਚੜ੍ਹਾਉਣ 'ਚ ਸਫਲ ਹੋਏ ਹਾਂ ਕਿੰਨਰ ਕੈਲਾਸ਼ ਮਹਾਦੇਵ। ਜੰਗਲਾਂ ਦੇ ਵਿੱਚੋਂ ਚੱਲਦੇ ਸਾਨੂੰ ਕਈ ਤਰ੍ਹਾਂ ਦੇ ਜਾਨਵਰ ਵੀ ਦੇਖਣ ਨੂੰ ਮਿਲੇ, ਜਿਹਦੇ ਵਿੱਚ ਹਿਰਨ, ਸੱਪ, ਹਾਥੀ ਤੇ ਕਈ ਭੋਲਿਆਂ ਨੇ ਸਾਡੇ ਅੱਗੇ ਵਾਲਿਆਂ ਨੇ ਸ਼ੇਰ ਵੀ ਦੇਖੇ, ਜਿਹਦੀ ਬਕਾਇਦਾ ਮੈਂ ਵੀਡੀਓ ਵੀ ਬਣਾਈ ਹੋਈ ਹੈ। ਕਿ ਬਹੁਤ ਤਰ੍ਹਾਂ ਦੇ ਜੋਕਾਂ ਤੇ ਸੱਪ ਤਾਂ ਜੰਗਲਾਂ ਦੇ ਵਿੱਚ ਆਮ ਹੀ ਮਿਲਦੇ ਨੇ। ਕਿ ਭੋਲੇਨਾਥ ਦੀ ਕਿਰਪਾ ਕਰਕੇ ਉਹਨਾਂ ਨੇ ਸਾਨੂੰ ਕਿਹਾ ਕੁਛ ਨਹੀਂ, ਪਰ ਬਹੁਤ ਦੇਖਣ ਨੂੰ ਮਿਲੇ। ਗੰਗੋਤਰੀ ਧਾਮ ਤੋਂ ਜਲ ਚੱਕਣ ਦਾ ਇਹ ਮਹੱਤਵ ਹੈ ਕਿ ਗੰਗੋਤਰੀ ਧਾਮ ਦਾ ਜਲ ਸੁੱਚਾ ਮੰਨਿਆ ਜਾਂਦਾ ਹੈ। ਗੰਗੋਤਰੀ ਧਾਮ ਤੋਂ 100 ਮੀਟਰ ਅੱਗੇ ਪਾਰਵਤੀ ਕੁੰਡ ਹੈ, ਸੂਰਯ ਕੁੰਡ ਹੈ, ਕਿ ਦੋਨਾਂ ਨੂੰ ਚੜ੍ਹਨ ਤੋਂ ਬਾਅਦ ਜਲ ਝੂਠਾ ਮੰਨਿਆ ਜਾਂਦਾ ਹੈ। ਗੰਗੋਤਰੀ ਧਾਮ ਤੋਂ ਜਿਹੜਾ ਜਲ ਚੱਕਿਆ ਜਾਂਦਾ ਹੈ ਉਹ ਸੁੱਚਾ ਜਲ ਮੰਨਿਆ ਜਾਂਦਾ ਕਿ ਸੁੱਚਾ। ਇਸ ਕਰਕੇ ਅਸੀਂ ਉੱਥੋਂ 24 ਤਰੀਕ ਨੂੰ ਜਲ ਚੱਕਿਆ ਸੀਗਾ ਤੇ 8 ਤਰੀਕ ਨੂੰ ਕਿੰਨਰ ਕੈਲਾਸ਼ ਪਰਬਤ ਤੇ ਜਾ ਕੇ ਭੋਲੇਨਾਥ ਨੂੰ ਜਲ ਅਰਪਿਤ ਕੀਤਾ ਸੀਗਾ। ਤਕਰੀਬਨ ਸਾਨੂੰ 20-22 ਦਿਨਾਂ ਦੇ ਅੰਦਰ 18 ਤੋਂ 19 ਦਿਨ ਬਰਸਾਤ ਮਿਲੀ ਹੈ, ਜਿਸ ਦੇ ਦੌਰਾਨ ਸਾਡੇ ਕੱਪੜੇ, ਰੇਨਕੋਟ ਸਭ ਕੁਝ ਭਿੱਜੇ ਹੋਏ ਸੀ, ਬੈਗ ਵੀ। ਤੇ ਯਾਤਰਾ ਇੰਨੀ ਕੁ ਕਠਿਨ ਸੀਗੀ ਕਿ ਸਿਰ ਤੋਂ ਸਿਰ ਤੱਕ ਸਾਰੀ ਖੜੀ ਚੜ੍ਹਾਈ ਸੀਗੀ, ਜਿਹਦੇ ਵਿੱਚ ਕਿਤੇ ਸਾਨੂੰ ਕੋਈ ਢਲਾਨ ਨਹੀਂ ਮਿਲੀ। ਤੇ ਰਾਤਾਂ ਨੂੰ ਸਾਨੂੰ ਇਹ ਉਮੀਦ ਨਹੀਂ ਹੁੰਦੀ ਸੀ ਕਿਤੇ ਸਾਨੂੰ ਖਾਣ ਨੂੰ ਮਿਲੇਗਾ ਜਾਂ ਪੀਣ ਨੂੰ ਮਿਲੇਗਾ, ਨਹੀਂ ਮਿਲੇਗਾ, ਕਿਉਂਕਿ ਜੰਗਲਾਂ ਦੇ ਵਿੱਚੋਂ ਚੱਲ ਰਹੀ ਸੀ। ਕਾਵੜ ਸੀਗੀ, ਲਸਣ ਪਿਆਜ਼ ਤੋਂ ਅਸੀਂ ਦੂਰ ਰਹਿੰਦੇ, ਕਿਸੇ ਦੇ ਘਰ ਅਸੀਂ ਖਾ ਨਹੀਂ ਸਕਦੇ ਸੀ, ਕਿਸੇ ਦੇ ਘਰ ਰਹਿ ਨਹੀਂ ਸਕਦੇ ਸੀ। ਕਈ ਵਾਰ ਤਾਂ ਸਾਨੂੰ ਜੰਗਲਾਂ ਦੇ ਵਿੱਚ ਜਿਹੜੇ ਦਰਬਾਰ ਬਣੇ ਹੁੰਦੇ ਨੇ, ਛੋਟੇ ਛੋਟੇ ਮੰਦਿਰ, ਸਾਧੂ ਸੰਤਾਂ ਦੀਆਂ ਕੁਟੀਆਂ, ਅਸੀਂ ਉਹਨਾਂ ਦੇ ਵਿੱਚ ਵੀ ਰਹੇ ਹਾਂ। ਬਹਾਵਲਪੁਰੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਕਿੰਨਰ ਕੈਲਾਸ਼ ਵਿੱਚ ਜਿਹੜੀ ਪਹਿਲੀ ਕਾਵੜ ਯਾਤਰਾ ਪਹੁੰਚੀ ਹੈ, ਜਿਹੜਾ ਜੱਥਾ ਗੰਗੋਤਰੀ ਤੋਂ ਜਲ ਚੁੱਕ ਕੇ ਪੈਦਲ ਯਾਤਰਾ ਕਰ ਕਿੰਨੌਰ ਕੈਲਾਸ਼ ਜਿਹੜਾ ਜੱਥਾ ਪਹਿਲਾਂ ਪਹੁੰਚਿਆ ਹੈ, ਉਸ ਜੱਥੇ ਦੇ ਮੈਂਬਰ ਸਾਡੇ ਨਾਲ ਨੇ ਜਿਨ੍ਹਾਂ ਨੇ ਪੈਦਲ ਯਾਤਰਾ ਕੀਤੀ। ਬੜੀ ਹੀ ਕਠਿਨ ਜਿਹੜੀ ਕਿੰਨੌਰ ਕੈਲਾਸ਼ ਦੀ ਯਾਤਰਾ ਹੈ, ਜਿਹੜੀ ਯਾਤਰਾ ਕਰਕੇ ਅੱਜ ਪਟਿਆਲਾ ਪਹੁੰਚੇ ਨੇ। ਗੱਲ ਕਰ ਲੈਂਦੇ ਹਾਂ। ਭੋਲੇ ਸ਼ੰਕਰ ਦੇ ਦਰਬਾਰ ਤੁਸੀਂ ਕਿੰਨਰ ਕੈਲਾਸ਼ ਜਿਹੜੀ ਯਾਤਰਾ ਕਰਕੇ ਆਏ ਹੋ, ਉਹ ਯਾਤਰਾ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿੰਨਾ ਸਫ਼ਰ ਸੀ ਔਰ ਕਿੰਨੀ ਕਠਿਨਾਈਆਂ ਸੀਗੀਆਂ? ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ ਜੈ ਭੋਲੇਨਾਥ ਦੀ। ਜਿਹੜਾ ਗੰਗੋਤਰੀ ਤੋਂ ਸ਼੍ਰੀ ਕਿੰਨਰ ਕੈਲਾਸ਼ ਧਾਮ ਦਾ ਸਫ਼ਰ ਸੀਗਾ, ਬਹੁਤ ਹੀ ਜ਼ਿਆਦਾ ਕਠਿਨ ਸਫ਼ਰ ਸੀਗਾ, ਕਿਉਂਕਿ ਗੰਗਾ ਜਲ ਚੱਕ ਕੇ ਤੁਰਨਾ ਬਹੁਤ ਮੁਸ਼ਕਿਲਾਂ ਦਾ ਕੰਮ ਹੈ, ਕਿਉਂਕਿ ਉਹਦੇ ਵਿੱਚ ਸਾਰੇ ਪਰਹੇਜ਼ ਰੱਖਣੇ ਪੈਂਦੇ ਨੇ। ਬਿਲਕੁਲ। ਨਹਾਉਣ ਦਾ ਪਰਹੇਜ਼, ਖਾਣ ਦਾ ਪਰਹੇਜ਼, ਪੀਣ ਦਾ ਪਰਹੇਜ਼, ਤੁਰਨ ਦਾ ਪਰਹੇਜ਼, ਕਿਸੇ ਨੂੰ ਮਾੜਾ ਚੰਗਾ ਬੋਲਣਾ ਨਹੀਂ, ਕਿਸੇ ਕੰਨੀ ਉੱਚੀ ਅੱਖ ਚੱਕ ਕੇ ਨਹੀਂ ਦੇਖਣਾ, ਕਿ ਜ਼ਮੀਨ ਨੂੰ ਦੇਖਦੇ ਸਿਰਫ ਭੋਲੇਨਾਥ ਦਾ ਸਿਮਰਨ ਕਰਦੇ ਹੀ ਜਾਣਾ ਪੈਂਦਾ ਹੈ। ਕਿ ਯਾਤਰਾ ਤਕਰੀਬਨ ਗੰਗੋਤਰੀ ਤੋਂ ਲੈ ਕੇ ਸੀ 620-30 ਕਿਲੋਮੀਟਰ ਦਾ ਸਫ਼ਰ ਸੀਗਾ, ਜੋ ਸਾਨੂੰ ਪਹਾੜਾਂ ਦੇ ਵਿੱਚੋਂ ਸ਼ਾਰਟਕਟ ਮਾਰ ਕੇ ਜਾਣਾ ਪਿਆ। ਅਗਰ ਬਾਈ ਰੋਡ ਦੀ ਗੱਲ ਕਰੀਏ ਤਾਂ 1100 ਕਿਲੋਮੀਟਰ ਦਾ ਸਫ਼ਰ ਬਣਦਾ ਹੈ। ਕਿੰਨਾ ਸਮਾਂ, ਜੇਕਰ ਆਪਾਂ ਗੱਲ ਕਰ ਲਈਏ ਇਸ ਯਾਤਰਾ ਦੇ ਵਿੱਚ ਕਿੰਨਾ ਸਮਾਂ ਲੱਗਿਆ ਔਰ ਜੱਥੇ ਦੇ ਵਿੱਚ ਕਿੰਨੇ ਲੋਕ ਸੀ? ਅਸੀਂ ਜੱਥੇ ਦੇ ਵਿੱਚ 8 ਲੋਕ ਸੀਗੇ। ਅਸੀਂ ਪਟਿਆਲੇ ਤੋਂ 2 ਸੀਗੇ, 3 ਸਾਡੇ ਕੋਲ ਗੋਨਿਆਣਾ ਮੰਡੀ ਤੋਂ ਸੀਗੇ, 2 ਭੋਲੇ ਸਾਡੇ ਦਿੱਲੀ ਦੇ ਸੀ, 1 ਰਾਜਸਥਾਨ ਤੋਂ ਸੀ, ਬਿਵਾੜੀ ਤੋਂ। ਤੇ ਜਿਹੜੇ 8 ਭੋਲੇ ਸੀਗੇ, ਅਸੀਂ 22 ਤਰੀਕ ਨੂੰ ਗਏ ਸੀਗੇ ਤੇ 24 ਤਰੀਕ ਨੂੰ ਅਸੀਂ ਗੰਗੋਤਰੀ ਧਾਮ ਤੋਂ ਜਲ ਚੱਕਿਆ ਸੀਗਾ। ਗੰਗੋਤਰੀ ਧਾਮ ਤੋਂ ਜਲ ਚੱਕਣ ਦਾ ਇਹ ਮਹੱਤਵ ਹੈ ਕਿ ਗੰਗੋਤਰੀ ਧਾਮ ਦਾ ਜਲ ਸੁੱਚਾ ਮੰਨਿਆ ਜਾਂਦਾ ਹੈ। ਗੰਗੋਤਰੀ ਧਾਮ ਤੋਂ 100 ਮੀਟਰ ਅੱਗੇ ਪਾਰਵਤੀ ਕੁੰਡ ਹੈ, ਸੂਰਯ ਕੁੰਡ ਹੈ, ਕਿ ਦੋਨਾਂ ਨੂੰ ਚੜ੍ਹਨ ਤੋਂ ਬਾਅਦ ਜਲ ਝੂਠਾ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਬਹੁਤ ਧਾਮ ਆਉਂਦੇ ਆ ਹਰਿਦੁਆਰ ਤੱਕ, ਜਿੱਥੇ ਕਿ ਜਲ ਚੜ੍ਹਿਆ ਹੋਇਆ ਮੰਨਿਆ ਜਾਂਦਾ ਹੈ। ਗੰਗੋਤਰੀ ਧਾਮ ਤੋਂ ਜਿਹੜਾ ਜਲ ਚੱਕਿਆ ਜਾਂਦਾ ਹੈ ਉਹ ਸੁੱਚਾ ਜਲ ਮੰਨਿਆ ਜਾਂਦਾ ਕਿ ਸੁੱਚਾ। ਇਸ ਕਰਕੇ ਅਸੀਂ ਉੱਥੋਂ 24 ਤਰੀਕ ਨੂੰ ਜਲ ਚੱਕਿਆ ਸੀਗਾ ਤੇ 8 ਤਰੀਕ ਨੂੰ ਕਿੰਨਰ ਕੈਲਾਸ਼ ਪਰਬਤ ਤੇ ਜਾ ਕੇ ਭੋਲੇਨਾਥ ਨੂੰ ਜਲ ਅਰਪਿਤ ਕੀਤਾ ਸੀਗਾ। ਜੇਕਰ ਆਪਾਂ ਰਸਤੇ ਦੀ ਕਠਿਨਾਈਆਂ ਦੀ ਗੱਲ ਕਰ ਲਈਏ ਤਾਂ ਬੜਾ ਲੰਬਾ ਸਫ਼ਰ ਸੀ, ਹਨਾ? ਪਹਾੜਾਂ ਦੇ ਵਿੱਚੋਂ ਹੋ ਕੇ ਨਿਕਲਣਾ ਦਿਨ ਰਾਤ। ਉਸ ਤੋਂ ਬਾਅਦ ਜੇਕਰ ਆਪਾਂ ਮੌਸਮ ਦੀ ਵੀ ਗੱਲ ਕਰ ਲਈਏ, ਫਿਰ ਉਸ ਤੋਂ ਬਾਅਦ ਤੁਹਾਨੇ ਯਾਤਰਾ ਆਪਣੀ ਕਾਵੜ ਵੀ ਚੱਕੀ ਹੋਈ ਸੀਗੀ, ਉਸ ਤੋਂ ਬਾਅਦ ਰਸਤੇ 'ਚ ਬਰਸਾਤਾਂ ਵੀ ਹੋਣਗੀਆਂ। ਕਿੰਨਾ ਕੁ ਮੁਸ਼ਕਿਲ ਸੀਗਾ? ਜਦੋਂ ਅਸੀਂ ਕਾਵੜ ਚੱਕੀ ਸੀ ਸ਼੍ਰੀ ਗੰਗੋਤਰੀ ਧਾਮ ਤੋਂ, ਪਹਿਲੇ ਦਿਨ ਤੋਂ ਹੀ ਬਰਸਾਤ ਸੀ। ਤਕਰੀਬਨ ਸਾਨੂੰ 20-22 ਦਿਨਾਂ ਦੇ ਅੰਦਰ
18 ਤੋਂ 19 ਦਿਨ ਬਰਸਾਤ ਮਿਲੀ ਹੈ, ਜਿਸ ਦੇ ਦੌਰਾਨ ਸਾਡੇ ਕੱਪੜੇ, ਰੇਨਕੋਟ ਸਭ ਕੁਝ ਭਿੱਜੇ ਹੋਏ ਸੀ, ਬੈਗ ਵੀ। ਤੇ ਯਾਤਰਾ ਇੰਨੀ ਕੁ ਕਠਿਨ ਸੀਗੀ ਕਿ ਸਿਰ ਤੋਂ ਸਿਰ ਤੱਕ ਸਾਰੀ ਖੜੀ ਚੜ੍ਹਾਈ ਸੀਗੀ, ਜਿਹਦੇ ਵਿੱਚ ਕਿਤੇ ਸਾਨੂੰ ਕੋਈ ਢਲਾਨ ਨਹੀਂ ਮਿਲੀ। ਤੇ ਰਾਤਾਂ ਨੂੰ ਸਾਨੂੰ ਇਹ ਉਮੀਦ ਨਹੀਂ ਹੁੰਦੀ ਸੀ ਕਿਤੇ ਸਾਨੂੰ ਖਾਣ ਨੂੰ ਮਿਲੇਗਾ ਜਾਂ ਪੀਣ ਨੂੰ ਮਿਲੇਗਾ, ਨਹੀਂ ਮਿਲੇਗਾ, ਕਿਉਂਕਿ ਜੰਗਲਾਂ ਦੇ ਵਿੱਚੋਂ ਚੱਲ ਰਹੇ ਸੀ। ਕਾਵੜ ਸੀਗੀ, ਲਸਣ ਪਿਆਜ਼ ਤੋਂ ਅਸੀਂ ਦੂਰ ਰਹਿੰਦੇ ਹਾਂ, ਕਿਸੇ ਦੇ ਘਰ ਅਸੀਂ ਖਾ ਨਹੀਂ ਸਕਦੇ ਸੀ, ਕਿਸੇ ਦੇ ਘਰ ਰਹਿ ਨਹੀਂ ਸਕਦੇ ਸੀ। ਕਈ ਵਾਰ ਤਾਂ ਸਾਨੂੰ ਜੰਗਲਾਂ ਦੇ ਵਿੱਚ ਜਿਹੜੇ ਦਰਬਾਰ ਬਣੇ ਹੁੰਦੇ ਨੇ, ਛੋਟੇ ਛੋਟੇ ਮੰਦਿਰ, ਸਾਧੂ ਸੰਤਾਂ ਦੀਆਂ ਕੁਟੀਆਂ, ਅਸੀਂ ਉਹਨਾਂ ਦੇ ਵਿੱਚ ਵੀ ਰਹੇ ਹਾਂ। ਜੰਗਲਾਂ ਦੇ ਵਿੱਚੋਂ ਚੱਲਦੇ ਹੋਏ ਸਾਨੂੰ ਕਈ ਤਰ੍ਹਾਂ ਦੇ ਜਾਨਵਰ ਵੀ ਦੇਖਣ ਨੂੰ ਮਿਲੇ, ਜਿਹਦੇ ਵਿੱਚ ਹਿਰਨ, ਸੱਪ, ਹਾਥੀ, ਤੇ ਕਈ ਭੋਲਿਆਂ ਨੇ, ਸਾਡੇ ਅੱਗੇ ਵਾਲਿਆਂ ਨੇ ਸ਼ੇਰ ਵੀ ਦੇਖੇ, ਜਿਹਦੀ ਬਕਾਇਦਾ ਮੈਂ ਵੀਡੀਓ ਵੀ ਬਣਾਈ ਹੋਈ ਹੈ। ਕਿ ਬਹੁਤ ਤਰ੍ਹਾਂ ਦੇ ਜੋਕਾਂ ਤੇ ਸੱਪ ਤਾਂ ਜੰਗਲਾਂ ਦੇ ਵਿੱਚ ਆਮ ਹੀ ਮਿਲਦੇ ਨੇ, ਕਿ ਭੋਲੇਨਾਥ ਦੀ ਕਿਰਪਾ ਕਰਕੇ ਉਹਨਾਂ ਨੇ ਸਾਨੂੰ ਕਿਹਾ ਕੁਛ ਨਹੀਂ, ਪਰ ਬਹੁਤ ਦੇਖਣ ਨੂੰ ਮਿਲੇ। ਉਹਨਾਂ ਦੀਆਂ ਤੁਹਾਨੂੰ ਤੁਹਾਡੇ ਚੈਨਲ ਦੇ ਰਾਹੀਂ ਆਪਾਂ ਲੋਕਾਂ ਨੂੰ ਅੱਗੇ ਵੀਡੀਓ ਵੀ ਦਿਖਾਵਾਂਗੇ। ਜੇਕਰ ਆਪਾਂ ਕਿਨੌਰ ਕੈਲਾਸ਼ ਦੀ ਗੱਲ ਕਰ ਲੈਂਦੇ ਹਾਂ, ਯਾਤਰਾ ਹਜੇ ਸ਼ੁਰੂ ਨਹੀਂ ਹੋਈ ਤੇ ਉੱਥੇ ਜਾਣ ਦੇ ਲਈ ਫਿਰ ਮਤਲਬ ਕਿ ਤੁਹਾਡੇ ਕੋਲ ਕੁਝ ਐਂਟਰੀ ਵਗੈਰਾ, ਕੁਝ ਪਾਸ ਬਣਾਇਆ ਗਿਆ ਜਾਂ ਫਿਰ ਕਿਸ ਤਰ੍ਹਾਂ ਦੇ ਨਾਲ? ਅਸੀਂ ਜਦੋਂ ਤੁਰੇ ਸੀਗੇ ਸਾਨੂੰ ਪਤਾ ਲੱਗਿਆ ਸੀਗਾ ਕਿ 1 ਅਗਸਤ ਤੋਂ ਯਾਤਰਾ ਖੁੱਲ੍ਹਣੀ ਹੈ, ਬਟ ਅਸੀਂ ਜਲ ਭਰ ਚੁੱਕੇ ਸੀ ਭੋਲੇਨਾਥ ਦਾ ਨਾਮ ਲੈ ਕੇ। ਸਾਨੂੰ ਇਹ ਸੀਗਾ ਵੀ ਕਿ ਭੋਲੇਨਾਥ ਜੀ ਸਾਨੂੰ ਯਾਤਰਾ ਕਰਾਉਣਗੇ। ਜਦੋਂ ਅਸੀਂ ਉੱਥੇ ਤੰਗਲਿੰਗ ਵਿਲੇਜ ਪਹੁੰਚੇ ਹਾਂ, ਉੱਥੇ ਸਾਨੂੰ ਕੋਈ ਗਾਈਡ ਨਹੀਂ ਮਿਲਿਆ, ਕੋਈ ਕੁਛ ਨਹੀਂ ਮਿਲਿਆ। ਉੱਥੇ ਇੱਕ ਲੜਕਾ ਸੀ ਰਵੀ ਨਾਮ ਦਾ, ਉਹ ਰਵੀ ਨਾਮ ਦੇ ਲੜਕੇ ਦੇ ਘਰ ਅਸੀਂ ਰਹੇ, ਬਟ ਉਹ ਸਾਡੇ ਨਾਲ ਐਜ਼ ਏ ਗਾਈਡ ਨਹੀਂ ਗਿਆ। ਉਹਨੇ ਸਾਨੂੰ ਦੱਸਤਾ ਸੀਗਾ ਵੀ ਤੁਸੀਂ ਚਲੇ ਜਾਓ, ਆਪ ਹੀ ਰਸਤੇ ਦੇ ਵਿੱਚ ਕਿਤੇ ਕਿਤੇ ਨਿਸ਼ਾਨ ਲੱਗੇ ਹੋਏ ਸੀਗੇ, ਅਸੀਂ ਨਿਸ਼ਾਨਾਂ ਨੂੰ ਫੋਲੋ ਕਰਦੇ ਚਲੇ ਗਏ। ਤੇ ਉਸ ਲੜਕੇ ਨੇ ਸਾਡਾ ਗਣੇਸ਼ ਪਾਰਕ ਦੇ ਵਿੱਚ ਰਹਿਣ ਖਾਣ ਪੀਣ ਦਾ ਪ੍ਰਬੰਧ ਕਰਿਆ ਸੀ, ਜੋ ਅਸੀਂ ਉਹਨੂੰ ਜੋ ਬਣਦਾ ਸੀ ਚਾਰਜ ਦੇ ਦਿੱਤਾ ਗਿਆ ਸੀਗਾ। ਬਟ ਇਹ ਹੈ ਕਿ ਸਾਰੇ ਭੋਲੇਨਾਥ ਦੀ ਕਿਰਪਾ ਨਾਲ ਹੀ ਚਲੇ ਗਏ, ਕਿ ਯਾਤਰਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ, ਕਠਿਨ ਸੀਗੀ, ਕਿ ਬਾਬਾ ਜੀ ਦੇ ਨਾਮ ਦੇ ਸਾਰੇ ਪੂਰੀ ਹੋ ਗਈ ਯਾਤਰਾ। ਜੇਕਰ ਆਪਾਂ ਗੱਲ ਕਰ ਲੈਂਦੇ ਹਾਂ ਕਿਨੌਰ ਕੈਲਾਸ਼ ਦੀ ਹੀ ਯਾਤਰਾ, ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਬੜੀ ਕਠਿਨ ਯਾਤਰਾ ਹੈ ਨਾ, ਕਰਨੀ ਬੜੀ ਮੁਸ਼ਕਿਲ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਵੀ ਗਊਮੁਖ ਤੋਂ ਜਲ ਲੈ ਕੇ ਜਿਸ ਤਰ੍ਹਾਂ ਦੇ ਨਾਲ ਉੱਥੇ ਤੱਕ ਜਾਣ ਦਾ ਸਫ਼ਰ, ਜੇਕਰ ਆਪਾਂ ਗੱਲ ਕਰ ਲਈਏ ਕਿ ਤੁਸੀਂ ਜਿਹੜਾ ਸਾਰਾ ਪੈਦਲ ਸਫ਼ਰ ਕੀਤਾ, ਉਸ ਤੋਂ ਬਾਅਦ ਜਿਹੜਾ ਤੁਸੀਂ ਰੋਡ ਦੇ ਰਾਹੀਂ ਆਉਂਦੇ ਰਹੇ ਜਾਂ ਪਹਾੜਾਂ ਦੇ ਵਿੱਚੋਂ ਹੀ ਤੁਸੀਂ ਨਿਕਲਦੇ ਰਹੇ? ਸਾਡਾ ਜਿਹੜਾ ਤਕਰੀਬਨ ਰਸਤਾ ਸੀਗਾ, ਅਸੀਂ ਜ਼ਿਆਦਾਤਰ ਉੱਤਰਕਾਸ਼ੀ ਤੱਕ ਹੀ ਰੋਡ ਦੇ ਆਏ, ਕਿਉਂਕਿ ਗੰਗੋਤਰੀ ਵਾਲਾ ਰੋਡ ਉੱਤਰਕਾਸ਼ੀ ਤੱਕ ਆਉਂਦਾ। ਉਸ ਤੋਂ ਬਾਅਦ ਯਮਨੋਤਰੀ ਰੋਡ ਤੇ ਚੜ੍ਹੇ, ਉਸ ਤੋਂ ਬਾਅਦ ਜੰਗਲਾਂ ਦੇ ਵਿੱਚੋਂ ਅਸੀਂ 90% ਰਸਤਾ ਸ਼ਾਰਟਕੱਟ ਮਾਰ ਮਾਰ ਕੇ ਕਰਿਆ, ਕਿ ਪਹਾੜਾਂ ਤੋਂ ਪਹਾੜ ਚੜ੍ਹਦੇ ਗਏ ਤੇ ਉਤਰਦੇ ਗਏ। ਇਸੀ ਤਰ੍ਹਾਂ ਸਾਡਾ ਸਾਰਾ ਰਸਤਾ ਚੱਲਿਆ ਹੈ। ਬਾਕੀ ਸਾਡੇ ਨਾਲ ਸਾਡੇ 4 ਭੋਲੇ ਗੋਨਿਆਣਾ ਮੰਡੀ ਤੋਂ ਆਏ ਸੀਗੇ, ਉਹ ਸਾਡੇ ਨਾਲ ਰਹੇ ਸੀਗੇ 29 ਤਰੀਕ ਤੋਂ ਲੈ ਕੇ 3 ਤਰੀਕ ਤੱਕ। ਉਹ ਗੱਡੀ ਲੈ ਕੇ ਆਏ ਸੀਗੇ, ਉਹ ਸਾਡੇ ਖਾਣ ਪੀਣ ਦਾ ਪ੍ਰਬੰਧ ਵੀ ਕਰਦੇ ਸੀਗੇ, ਤੇ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕਰੀ ਹੈ। ਉਹ ਸੇਵਾ ਦੇ ਰੂਪ ਵਿੱਚ ਹੀ ਆਏ ਸੀ, ਇੱਕ ਭੋਲੇ ਦਾ ਰੂਪ ਲੈ ਕੇ, ਕਿ ਅਸੀਂ ਕਾਵੜੀਆਂ ਦੀ ਸੇਵਾ ਕਰਨੀ ਹੈ। ਕਿਉਂਕਿ ਉਸ ਰੋਡ ਤੇ ਨਾ ਕੋਈ ਢਾਬਾ ਹੈ, ਨਾ ਕੋਈ ਦੁਕਾਨ ਹੈ। 15-15 20-20 ਕਿਲੋਮੀਟਰ ਦੇ ਵਿੱਚ ਤੁਹਾਨੂੰ ਪੀਣ ਨੂੰ ਪਾਣੀ ਵੀ ਨਹੀਂ ਮਿਲਦਾ ਰੋਡ ਤੇ, ਕਿ ਕਾਵੜ ਯਾਤਰਾ ਕਰਨੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਰਸਤੇ 'ਚ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਪਾਣੀ ਨਹੀਂ ਮਿਲ ਰਿਹਾ ਸੀ, ਕੋਈ ਢਾਬਾ ਨਹੀਂ ਸੀ, ਕਿਸੇ ਤਰ੍ਹਾਂ ਦੇ ਫਿਰ ਮਤਲਬ ਕੋਈ ਸ਼ੀਵਰ ਵਗੈਰਾ ਜਾਂ ਕੁਝ ਐਸਾ ਕੁਝ ਸੀਗਾ ਰਸਤੇ 'ਚ? ਨਹੀਂ, ਰਸਤੇ ਦੇ ਵਿੱਚ ਕੋਈ ਸ਼ੀਵਰ ਨਹੀਂ ਸੀ, ਕੋਈ ਦੁਕਾਨਾਂ ਨਹੀਂ ਸੀ, ਕੋਈ ਢਾਬਾ ਨਹੀਂ ਸੀ। ਜਿੱਥੋਂ ਉੱਤਰਾਖੰਡ ਦੀ ਹੱਦ ਖਤਮ ਹੋ ਗਈ, ਉੱਥੇ ਤਾਂ ਕੁਝ ਦੇਖਣ ਨੂੰ ਸਾਨੂੰ 20-20 ਕਿਲੋਮੀਟਰ ਕੋਈ ਬੰਦਾ ਵੀ ਨਹੀਂ ਮਿਲਦਾ ਸੀ। ਉਹ ਤਾਂ ਜੋ ਬੋਤਲਾਂ ਦੇ ਵਿੱਚ ਸਾਡੇ ਕੋਲ ਪਾਣੀ ਹੁੰਦਾ ਸੀ, ਅਸੀਂ ਉਹੀ ਘੁੱਟ-ਘੁੱਟ ਪੀ ਲੈਂਦੇ ਸੀ। ਉਸੀ ਨਾਲ ਘੁੱਟ-ਘੁੱਟ ਨਾਲ ਉਸ ਤੋਂ ਬਾਅਦ ਹੱਥ ਧੋ ਕੇ ਅਸੀਂ ਆਪਣੀ ਜਲ ਚੱਕ ਲੈਂਦੇ ਸੀਗੇ। ਕਿੰਨੌਰ ਕੈਲਾਸ਼ ਦੀ ਜੇਕਰ ਆਪਾਂ ਗੱਲ ਕਰ ਲੈਂਦੇ ਹਾਂ, ਉੱਪਰ ਦੇ ਆਪਾਂ ਪਹਾੜਾਂ ਦੀ ਗੱਲ ਕਰ ਲੈਂਦੇ ਹਾਂ, ਕਿੰਨਾ ਕੁ ਸਫ਼ਰ ਸੀਗਾ? ਔਰ ਉਸ ਦੇ ਵਿੱਚ ਜਿਹੜੀ ਕਠਿਨਾਈਆਂ ਦੀ ਗੱਲ ਕਰ ਰਹੀ ਹੈ, ਜਿਸ ਤਰ੍ਹਾਂ ਦੇ ਨਾਲ ਦੱਸਿਆ ਜਾਂਦਾ ਹੈ ਕਿ ਉੱਪਰ ਦਾ ਮਤਲਬ ਕੋਈ ਵੀ ਇੰਤਜ਼ਾਮ ਨਹੀਂ ਕਿਸੇ ਤਰ੍ਹਾਂ ਦਾ, ਤੇ ਪਾਣੀ ਦੀ ਜਾਂ ਆਪਾਂ ਫਿਰ ਖਾਣ ਪੀਣ ਦੀ ਵਿਵਸਥਾ ਦੀ, ਜਾਂ ਫਿਰ ਇੱਕ ਹੋਰ ਗੱਲ ਅਜਿਹੀ ਕਹੀ ਜਾਂਦੀ ਹੈ ਕਿ ਉੱਪਰ ਯਾਤਰਾ ਕਰਨ ਦੇ ਲਈ ਗਾਈਡ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿ ਤੁਸੀਂ ਵੀ ਕੋਈ ਗਾਈਡ ਕੀਤਾ ਸੀ ਜਾਂ ਫਿਰ ਕਿਵੇਂ ਯਾਤਰਾ ਕੀਤੀ? ਨਹੀਂ ਜੀ, ਸਾਨੇ ਕੋਈ ਗਾਈਡ ਨਹੀਂ ਕੀਤਾ। ਜਿਹੜੀ ਯਾਤਰਾ ਹੈ ਉਹ ਬਹੁਤ ਹੀ ਜ਼ਿਆਦਾ ਕਠਿਨ ਹੈ। ਇੰਨੀ ਕੁ ਜ਼ਿਆਦਾ ਕਠਿਨ ਹੈ ਕਿ 10 ਤੋਂ 12 ਕਦਮ ਤੋਂ ਜ਼ਿਆਦਾ ਆਪਾਂ ਚੱਲ ਨਹੀਂ ਸਕਦੇ, ਜਿੰਨੀ ਮਰਜ਼ੀ ਆਪਣੀ ਤਕੜੀ ਫਿਟਨੈਸ ਹੈ, ਕਿ 10 ਤੋਂ 12 ਕਦਮ ਬਾਅਦ ਰੁਕਣਾ ਹੀ ਪੈਂਦਾ। ਸਾਰੀ ਖੜੀ ਚੜਾਈ ਹੈ। ਅਗਰ ਤੁਸੀਂ ਯਾਤਰਾ ਤੇ ਜਾਓਗੇ, ਵੱਧ ਤੋਂ ਵੱਧ ਲੋਕ ਜਾਓ, ਭੋਲੇਨਾਥ ਦਾ ਦਰਬਾਰ ਹੈ, ਆਪਣਾ ਪਾਣੀ ਦਾ ਪ੍ਰਬੰਧ ਕਰਕੇ ਜਾਓ, ਤੇ ਉੱਥੇ ਜਿਹੜੇ ਲੋਕਲ ਲੋਕ ਨੇ ਉਹਨਾਂ ਤੋਂ ਗਾਈਡ ਲੈ ਕੇ ਜਾਓ, ਆਪਣੇ ਪੋਰਟਰ ਲੈ ਕੇ ਜਾਓ, ਕਿ ਜਿਹੜਾ ਤੁਹਾਡਾ ਰਹਿਣ ਖਾਣ ਪੀਣ ਦਾ ਪ੍ਰਬੰਧ ਕਰ ਸਕਣ। ਕਿਉਂਕਿ ਬਿਨਾਂ ਪੋਰਟਰਾਂ ਤੋਂ, ਰਹਿਣ ਖਾਣ ਪੀਣ ਦੇ ਪ੍ਰਬੰਧ ਤੋਂ ਬਿਨਾਂ ਤੁਸੀਂ ਯਾਤਰਾ ਨਹੀਂ ਕਰ ਸਕਦੇ, ਕਿਉਂਕਿ ਬਰਫ਼ ਦੇ ਗਲੇਸ਼ੀਅਰ ਨੇ, ਪਹਾੜਾਂ 'ਚ ਕੋਈ ਰਸਤਾ ਨਹੀਂ ਹੈ, ਪੱਥਰ ਹੀ ਪੱਥਰ ਨੇ। ਜਿਹੜੇ ਉੱਥੋਂ ਪੱਥਰ ਕਈ ਵਾਰੀ ਲੋਕਾਂ ਨੇ ਚੱਕ ਕੇ ਕਰਨ ਦੀ ਕੋਸ਼ਿਸ਼ ਵੀ ਸਾਈਡ ਤੇ ਕਰੀ ਹੈ ਨਾ, ਤਾਂ ਅਗਲੇ ਦਿਨ ਦੇਖਦੇ ਹਾਂ ਉੱਥੇ ਉਸ ਤੋਂ ਜ਼ਿਆਦਾ ਪੱਥਰ ਮਿਲਦੇ ਨੇ। ਉਹੀ ਪੱਥਰ ਉਹਨਾਂ ਤੋਂ ਵੀ ਵੱਡੇ ਰੂਪ 'ਚ ਮਿਲਦੇ ਨੇ, ਕਿ ਉੱਥੇ ਰਸਤਾ ਨਹੀਂ ਬਣ ਸਕਦਾ। ਇੰਨੀ ਕਿ ਭੋਲੇਨਾਥ ਦੀ ਮਹਿਮਾ ਹੈ। ਤੁਸੀਂ ਪਹਿਲੇ ਕਾਵੜੀ ਹੋ ਜਿਹੜੇ ਉੱਥੇ ਜਲ ਚੜਾਈ ਹੈ ਫਿਰ? ਹਾਂਜੀ, ਅੱਜ ਤੱਕ ਹਰ ਸਾਲ 30 ਕਰੋੜ ਕਾਵੜ ਇੰਡੀਆ ਦੇ ਵਿੱਚੋਂ ਉਠਾਈ ਜਾਂਦੀ ਹੈ, ਹਰਿਦੁਆਰ ਤੇ ਬਾਬਾ ਧਾਮ ਦੀ। 30 ਕਰੋੜ ਕਾਵੜੀਆਂ ਚੋਂ ਹਾਲੇ ਤੱਕ ਦੇ ਇਤਿਹਾਸ ਵਿੱਚ ਕੋਈ ਕਾਵੜ ਉੱਥੇ ਨਹੀਂ ਪਹੁੰਚੀ ਸੀ, ਕਿ ਅਸੀਂ 8 ਕਾਵੜੀਏ ਸੀ ਜਿਨ੍ਹਾਂ ਨੇ ਪਹਿਲੀ ਵਾਰ ਗੰਗੋਤਰੀ ਧਾਮ ਤੋਂ ਕਾਵੜ ਭਰ ਕੇ ਪੈਦਲ ਕਿਨੌਰ ਕੈਲਾਸ਼ ਦੇ ਉੱਪਰ ਚੜ੍ਹਾਈ ਸੀ।
ਤੇ ਮਤਲਬ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਆਪਾਂ ਗੱਲ ਕਰ ਲਈਏ, ਮੈਂ ਤੁਹਾਨੂੰ ਬੜਾ ਪਹਿਲਾਂ ਮੈਂ ਤੁਹਾਨੂੰ ਮਿਲਿਆ ਬਟ ਲੇਕਿਨ ਮੈਂ ਹੁਣ ਕਮਜ਼ੋਰ ਫੀਲ ਕਰ ਰਿਹਾ, ਕਾਫੀ ਤੁਹਾਡਾ ਸਰੀਰ ਘਟਿਆ ਢਲਿਆ ਨਜ਼ਰ ਆ ਰਿਹਾ, ਕਿ ਕਿੰਨਾ ਕੁ ਜੇਕਰ ਆਪਾਂ ਗੱਲ ਕਰੀਏ ਇੰਨੇ ਸਮੇਂ ਦੇ ਵਿੱਚ ਤੁਹਾਡਾ ਕਿੰਨਾ weight ਘਟ ਗਿਆ? ਸਾਡਾ ਤਕਰੀਬਨ 22-23 ਦੇ ਦਿਨ ਦੇ ਵਿੱਚ ਮੇਰਾ 10 ਤੋਂ 10.5 ਕਿਲੋ weight ਘਟ ਚੁੱਕਿਆ ਜੀ। ਜੋ ਅੱਜ ਤੱਕ ਭੋਲੇਨਾਥ ਦੀ ਕਿਰਪਾ ਨਾਲ ਮੈਂ ਪਿਛਲਾ 16 ਕਾਵੜਾਂ ਲਿਆਇਆ, ਕਿ ਮੇਰਾ 1 ਕਿਲੋ ਵੀ weight ਨਹੀਂ ਘਟਿਆ ਸੀ ਕਦੇ 16 ਕਾਵੜਾਂ 'ਚ, ਜਿਹਦੇ ਵਿੱਚ ਮੇਰੀਆਂ 7 ਕਾਵੜਾਂ ਗੋਮੁਖ ਤੋਂ ਪਟਿਆਲਾ ਦੀਆਂ ਸੀ ਪੈਦਲ। ਮੇਰਾ ਇੱਕ ਵੀ weight ਨਹੀਂ ਘਟਿਆ ਸੀ। ਇਸ ਵਾਰ ਮੇਰਾ 10 ਪਲੱਸ weight ਘਟ ਚੁੱਕਿਆ, 10 ਕਿਲੋ ਤੋਂ ਜ਼ਿਆਦਾ। ਗਊਮੁਖ ਦੀ ਕਿੰਨੀ ਕਾਵੜਾ ਕਰ ਚੁੱਕੇ ਹੋ ਤੁਸੀਂ? ਮੇਰੀਆਂ 7 ਕਾਵੜਾਂ ਹੋ ਚੁੱਕੀਆਂ ਗੋਮੁਖ ਤੋਂ ਪਟਿਆਲੇ ਦੀਆਂ। ਅੱਛਾ ਜੀ। ਜੀ। ਤੇ ਕਿੰਨਰ ਕਲਾਸ ਦੀ ਜਿਹੜੀ ਪਹਿਲੀ ਕਾਵੜ ਹੈ ਨਾ, ਜਿਹੜੀ ਤੁਸੀਂ ਲੈ ਕੇ ਗਏ ਹੋ ਹੈ ਨਾ, ਤੇ ਕੀ ਆਪਾਂ ਉਸ ਤੋਂ ਬਾਅਦ ਗੱਲ ਕਰੀਏ, ਰਸਤੇ 'ਚ ਤੁਸੀਂ ਕੋਈ ਮੈਡੀਸਨ ਵਗੈਰਾ, ਜਿਵੇਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਾਰੇ ਤੁਹਾਡਾ ਇੱਕ ਜੱਥਾ ਸੀਗਾ, ਤੇ ਸੀਗੀ ਕੋਈ ਐਸਾ ਜੇਕਰ ਰਸਤੇ ਕਿਸੇ ਤਰ੍ਹਾਂ ਦੇ, ਜਿਸ ਤਰ੍ਹਾਂ ਨਾਲ ਆਪਾਂ ਤੁਰਦੇ ਹਾਂ ਤਾਂ ਮੈਂ ਦੇਖਿਆ ਜਿਹੜੇ ਗਊਮੁਖ ਤੋਂ ਜਾਂ ਹਰਿਦੁਆਰ ਤੋਂ ਕਾਵੜੀ ਆਉਂਦੇ ਆ, ਪੈਰਾਂ ਦੇ ਵਿੱਚ ਕਾਫੀ ਛਾਲੇ ਪੈ ਜਾਂਦੇ ਆ, ਫਿਰ ਕੁਝ ਐਸਾ ਮੈਡੀਸਨ ਵਗੈਰਾ ਲੈ ਗਏ ਸੀ? ਮੇਰੇ ਪੈਰਾਂ ਦੇ ਵਿੱਚ ਸਾਰੀਆਂ ਉਂਗਲਾਂ ਤੇ ਛਾਲੇ ਸੀਗੇ ਜੀ, ਭੰਨੇ ਗਏ। ਮੈਨੂੰ ਪਹਿਲੇ ਦਿਨ ਤੋਂ ਹੀ ਉੱਥੇ ਜਾ ਕੇ ਮੌਸਮ ਕਰਕੇ ਖਾਂਸੀ ਹੋ ਗਈ ਸੀ, ਬਟ ਮੈਂ ਖਾਂਸੀ ਦੀ ਕੋਈ ਦਵਾਈ ਨਹੀਂ ਲਈ। ਇੱਕ ਸਿਰਫ ਕਰੋਸਿਨ ਡੋਲੋ ਦੀ ਗੋਲੀ ਜ਼ਰੂਰ ਲਈ ਸੀ, ਕਿ ਬੁਖਾਰ ਨਾ ਚੜ੍ਹੇ, ਕਿਉਂਕਿ ਬਾਕੀ ਹਰ ਦਵਾਈ ਦੇ ਵਿੱਚ ਨਸ਼ਾ ਹੈ। ਨਸ਼ਾ ਕਾਵੜੀ ਲਈ ਪ੍ਰਤੀਬੰਧ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਕਾਵੜੀ ਲਈ, ਕੋਈ ਬੀੜੀ, ਕੋਈ ਜਰਦਾ, ਕੋਈ ਤੰਬਾਕੂ, ਹਰ ਤਰ੍ਹਾਂ ਦਾ ਨਸ਼ਾ ਕਾਵੜੀ ਲਈ ਬੈਨ ਹੈ। ਨਸ਼ਾ ਨਹੀਂ ਕਰਨਾ ਚਾਹੀਦਾ। ਇਸੇ ਕਰਕੇ ਅਸੀਂ ਕੋਈ ਦਵਾਈ ਵੀ ਨਹੀਂ ਲਈ ਸੀ, ਕਿ ਦਵਾਈ ਦੇ ਵਿੱਚ ਨਸ਼ਾ ਹੈ, ਕਿ ਸਾਡਾ ਜਲ ਝੂਠਾ ਨਾ ਹੋ ਜੇ। ਤੇ ਉੱਪਰ ਜੇਕਰ ਆਪਾਂ ਗੱਲ ਕਰ ਲਈਏ ਉੱਪਰਲੀ ਯਾਤਰਾ ਦੀ, ਜੇ ਆਪਾਂ ਤੁਹਾਡੀ ਜਿਹੜੀ ਕਿਨੌਰ ਕਲਾਸ ਦੀ ਜਿਹੜੀ ਲਾਸਟ ਤੁਹਾਡੀ ਜਿਹੜੀ ਯਾਤਰਾ, ਬੜਾ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਜਿਹੜੀ ਉਹ ਲਾਸਟ ਤੁਸੀਂ ਯਾਤਰਾ ਕਰ ਰਹੇ ਸੀਗੇ, ਜਦੋਂ ਪਹੁੰਚਣ ਵਾਲੇ ਸੀ ਮੰਜ਼ਿਲ ਦੇ ਵਿੱਚ, ਜਦ ਜੰਗਲਾਂ ਦੀ ਤੁਸੀਂ ਜਿਸ ਤਰ੍ਹਾਂ ਦੇ ਨਾਲ ਡਰ ਰਹੇ ਹੋ, ਦੱਸ ਰਹੇ ਹੋ ਕਿ ਮਤਲਬ ਸੱਪ ਜਾਂ ਫਿਰ ਹੋਰ ਜਾਨਵਰ ਤੁਹਾਨੂੰ ਕਾਫੀ ਜਿਹੜੇ ਨਜ਼ਰ ਆਏ, ਹਨਾ, ਫਿਰ ਕੋਈ ਡਰ ਸਹਿਮ ਜਾਂ ਕੁਝ ਅਜਿਹਾ ਮਾਹੌਲ ਪੈਦਾ ਹੋਇਆ? ਜਦੋਂ ਅਸੀਂ ਉੱਪਰ ਚੜ੍ਹ ਰਹੇ ਸੀਗੇ, ਪੱਥਰਾਂ ਦਾ ਰਸਤਾ ਦੇਖ ਕੇ ਜਾਂਦੇ ਹੋਏ ਸਾਨੂੰ ਇੰਨਾ ਕੁ ਡਰ ਲੱਗ ਰਿਹਾ ਸੀਗਾ, ਕਿ ਅਸੀਂ ਕਿਵੇਂ ਜਾਵਾਂਗੇ ਤੇ ਕਿਵੇਂ ਆਵਾਂਗੇ। ਪ੍ਰਭੂ ਮਹਾਦੇਵ ਦਾ ਆਸ਼ੀਰਵਾਦ ਸੀ ਕਿ ਅਸੀਂ ਉੱਪਰ ਪਹੁੰਚ ਗਏ। ਜਦ ਉੱਪਰ ਪਹੁੰਚੇ ਨਾ, ਸਾਡੇ ਮਨ ਚੋਂ ਸਾਰੇ ਡਰ ਭੈ ਨਿਕਲ ਚੁੱਕੇ ਸੀਗੇ। ਸਾਨੂੰ ਇਹ ਸੀਗਾ ਸਾਡੀ ਮੰਜ਼ਿਲ ਆ ਗਈ, ਸਾਡੇ ਮਹਾਦੇਵ ਮਿਲ ਗਏ। ਸਾਰੇ ਭੋਲਿਆਂ ਦੀ ਅੱਖਾਂ 'ਚ ਹੰਝੂ ਸੀਗੇ, ਉੱਚੀ ਉੱਚੀ ਰੋ ਰਹੇ ਸੀਗੇ, ਕਿ ਸਾਨੂੰ ਮਹਾਦੇਵ ਦੇ ਦਰਸ਼ਨ ਹੋ ਗਏ, ਕਿ ਸਾਡੀ ਪਹਿਲੀ ਕਾਵੜ ਯਾਤਰਾ ਸਫਲ ਹੋ ਗਈ, ਕਿ ਪਹਿਲੀ ਵਾਰ ਅਸੀਂ ਕਾਵੜ ਚੜ੍ਹਾਉਣ 'ਚ ਸਫਲ ਹੋਏ ਹੈ। ਕਿੰਨਰ ਕੈਲਾਸ਼ ਮਹਾਦੇਵ ਜਿਹੜਾ ਪਾਰਵਤੀ ਮਾਤਾ ਤੇ ਭੋਲੇਨਾਥ ਦਾ ਅੱਧਾ ਰੂਪ ਬਣਿਆ ਸੀ, ਉਸ ਕਰਕੇ ਕਿੰਨਰ ਕੈਲਾਸ਼ ਨੂੰ ਪੰਜ ਕੈਲਾਸ਼ਾਂ 'ਚ ਪੂਜਿਆ ਜਾਂਦਾ ਹੈ। ਜੇਕਰ ਆਪਾਂ ਗੱਲ ਕਰ ਲਈਏ ਉਸ ਮਹਾਦੇਵ ਦੇ ਜਿਹੜੇ ਦਰਸ਼ਨ ਤੁਸੀਂ ਕੀਤੇ ਹੈ, ਕਿ ਉਹ ਨਜ਼ਾਰਾ ਕੀ ਸੀ, ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਆਪਣੀ ਜ਼ੁਬਾਨ ਦੇ ਰਾਹੀਂ? ਉਹ ਇੰਨਾ ਕੁ ਵਧੀਆ ਫੀਲ ਹੋ ਰਿਹਾ ਸੀਗਾ, ਕਿ ਜਿਵੇਂ ਮਾਨੋ ਅਸੀਂ ਸਵਰਗਾਂ ਦੇ ਵਿੱਚ ਆ ਚੁੱਕੇ ਹਾਂ, ਕਿ ਉਰੇ ਆ ਕੇ ਜ਼ਿੰਦਗੀ ਦਾ ਸਾਰੇ ਸੁੱਖ ਖਤਮ ਹੋ ਜਾਂਦੇ ਨੇ। ਉਸ ਤੋਂ ਉੱਪਰ ਕੋਈ ਸੁੱਖ ਨਹੀਂ ਸੀਗਾ। ਨਾ ਸਾਨੂੰ ਉਸ ਟਾਈਮ ਕੋਈ ਭੁੱਖ ਦਾ ਡਰ ਸੀ, ਨਾ ਪਿਆਸ ਦਾ ਸੀ। ਸਾਡੀ ਸਾਰੀਆਂ ਤਮੰਨਾ ਪੂਰੀਆਂ ਹੋ ਚੁੱਕੀਆਂ ਸੀ, ਕਿਉਂਕਿ ਸਾਡਾ ਇੰਨੇ ਦਿਨਾਂ ਦੀ ਯਾਤਰਾ ਸਫਲ ਹੋ ਰਹੀ ਸੀ, ਕਿ ਅਸੀਂ ਪਿਛਲੇ 17 ਸਾਲਾਂ ਤੋਂ ਕਾਵੜਾਂ ਲੈ ਕੇ ਆ ਰਹੇ ਹਾਂ। ਹਰ ਕਾਵੜੀ ਦੀ ਤਮੰਨਾ ਹੁੰਦੀ ਹੈ ਕਿ ਮੈਂ ਇੱਕ ਦਿਨ ਕੈਲਾਸ਼ ਦੇ ਦਰਸ਼ਨ ਕਰਾਂ। ਸਾਡੀ ਤਮੰਨਾ ਪੂਰੀ ਹੋ ਚੁੱਕੀ ਸੀ, ਸਾਨੂੰ ਕਿਸੇ ਚੀਜ਼ ਦੀ ਹੋਰ ਇੱਛਾ ਨਹੀਂ ਸੀ, ਨਾ ਹੁਣ ਅੱਗੇ ਨੂੰ ਇੱਛਾ ਹੈ। ਜੇਕਰ ਹੋਰ ਭੋਲੇ ਜਿਹੜੇ ਮਹਾਦੇਵ ਦੇ ਜਿਹੜੇ ਕਿੰਨਰ ਕੈਲਾਸ਼ ਦੀ ਜੇਕਰ ਯਾਤਰਾ ਕਰਨਾ ਚਾਹੁੰਦੇ ਆ, ਜਾਂ ਫਿਰ ਕਾਵੜ ਲੈ ਕੇ ਜਾਂਦੇ ਆ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਫਿਰ? ਜਿਹੜੇ ਵੀ ਭੋਲੇ ਕਾਵੜ ਲੈ ਕੇ ਜਾਣਾ ਚਾਹੁੰਦੇ ਆ, ਅਸੀਂ ਇਹ ਸੰਦੇਸ਼ ਦੇਵਾਂਗੇ, ਜਦੋਂ ਤੁਸੀਂ ਕਾਵੜ ਚੱਕਣੀ ਹੈ ਗੰਗੋਤਰੀ ਤੋਂ, ਇੱਕ ਤਾਂ ਆਪਣੇ ਨਾਲ ਜਿਵੇਂ ਕਹਿੰਦੇ ਨੇ, ਇੱਕ ਛੋਟਾ ਹਾਥੀ, ਕੋਈ ਟੈਂਪੂ ਜਾਂ ਕੋਈ ਜੀਪ ਵਗੈਰਾ ਆਪਣੀ ਕਰਕੇ ਲੈ ਕੇ ਚੱਲੋ, ਜਿਹਦੇ ਵਿੱਚ ਤੁਹਾਡਾ ਸਮਾਨ, ਵਿੱਚ ਤੁਸੀਂ ਪਾਣੀ ਵਗੈਰਾ ਰੱਖ ਸਕੋ, ਆਪਣਾ ਗੈਸ ਸਟੋਵ ਵਗੈਰਾ, ਚਾਹ ਵਗੈਰਾ ਬਣਾ ਸਕੋ। ਕਿਉਂਕਿ ਉੱਤਰਕਾਸ਼ੀ ਤੱਕ ਤੁਹਾਨੂੰ ਕਾਵੜੀਆਂ ਲਈ ਲੰਗਰ ਸ਼ਿਵਰ ਮਿਲੇਂਗੇ, ਉਸ ਤੋਂ ਬਾਅਦ ਤੁਹਾਨੂੰ ਕੁਛ ਨਹੀਂ ਮਿਲੇਗਾ ਰਸਤੇ 'ਚ। ਕਿਤੇ ਕੋਈ ਭੋਲੇਨਾਥ ਦੀ ਕਿਰਪਾ ਨਾਲ ਰਸਤੇ 'ਚ ਕੋਈ ਮੰਦਿਰ ਵਗੈਰਾ ਆਉਂਦਾ ਹੈ, ਤਾਂ ਤੁਹਾਨੂੰ ਉੱਥੇ ਸ਼ਰਨ ਮਿਲ ਜੇਗੀ। ਜਿਵੇਂ ਇੱਕ ਦੇਵਡਾਂਗ ਮੰਦਿਰ ਹੈ, ਜਿੱਥੋਂ ਭੋਲੇਨਾਥ ਜੀ ਗੁਫਾ 'ਚੋਂ ਵੜ ਕੇ ਸ਼੍ਰੀਖੰਡ ਕੈਲਾਸ਼ ਗਏ ਸੀਗੇ। ਦੂਸਰਾ ਇੱਕ ਜਿਓਰੀ ਆਉਂਦਾ ਹੈ ਹਿਮਾਚਲ ਦੇ ਵਿੱਚ, ਉੱਥੇ ਸਾਧੂ ਸੰਤਾਂ ਦਾ ਡੇਰਾ ਹੈ। ਮਹਾਤਮਾ ਜੀ ਨੇ ਤਪੱਸਿਆ ਕਰੀ ਸੀ, ਤੇ ਉੱਥੇ ਬੋਰ ਕਰਾਇਆ ਗਿਆ ਸੀ। ਅੱਜ ਵੀ ਉਸ 'ਚੋਂ ਗਰਮ ਪਾਣੀ ਕੰਟੀਨਿਊ ਨਿਕਲ ਰਿਹਾ। ਉਹਦੇ ਨਾਲ ਇੱਕ ਇੰਨੇ ਠੰਡੇ ਪਾਣੀ ਦੀ ਨਦੀ ਚੱਲ ਰਹੀ ਹੈ, ਕੋਈ ਹੱਦ ਨਹੀਂ, ਪਰ ਉੱਥੋਂ ਗਰਮ ਪਾਣੀ 24 ਘੰਟੇ ਨਿਕਲਦਾ। ਉਹਦੇ ਵਿੱਚ ਤੁਸੀਂ ਚਾਵਲ ਪਾਓਗੇ ਨਾ, 1.5 ਮਿੰਟ ਦੇ ਵਿੱਚ ਚਾਵਲ ਬਣ ਜਾਂਦੇ ਨੇ। ਇਹੋ ਜਿਹੇ 1-2 ਡੇਰੇ ਮਿਲੇਂਗੇ ਜਿਹੜੇ ਤੁਹਾਨੂੰ ਰੱਖ ਕੇ ਤੁਹਾਨੂੰ ਖਾਣਾ ਪਾਣੀ ਦੇਣਗੇ। ਉਸ ਤੋਂ ਇਲਾਵਾ ਤੁਹਾਨੂੰ ਕੁਛ ਨਹੀਂ ਮਿਲੇਗਾ। 500 ਕਿਲੋਮੀਟਰ ਦੇ ਸਫ਼ਰ 'ਚ ਤੁਸੀਂ ਆਪਣਾ ਸਮਾਨ ਪ੍ਰਬੰਧ ਨਾਲ ਲੈ ਕੇ ਜਾਓ। ਅੱਗੇ ਜਾ ਕੇ ਲੋਕਲ ਗਾਈਡ ਪੋਰਟਰ ਕਰੋ, ਕਿ ਤੁਹਾਨੂੰ ਉੱਪਰ ਤੱਕ ਲੈ ਕੇ ਜਾਣ, ਤੁਹਾਡਾ ਚਾਹ ਪਾਣੀ ਦਾ ਪ੍ਰਬੰਧ ਕਰ ਸਕਣ। ਨਹੀਂ, ਉਸ ਯਾਤਰਾ ਦੇ ਵਿੱਚ ਤੁਹਾਨੂੰ ਕਿਤੇ ਚਾਹ ਪਾਣੀ ਨਹੀਂ ਮਿਲੇਗੀ ਕਾਵੜ ਤੇ। ਕੋਈ ਅਜਿਹੀ ਜਿਹੜੀਆਂ ਬਹੁਤ ਮੁਸ਼ਕਿਲ ਘੜੀਆਂ ਹੈ ਨਾ, ਜਿਸ ਵੇਲੇ ਤੁਹਾਨੂੰ ਇੱਕ ਮਹਿਸੂਸ ਹੋਇਆ ਹੋਵੇ ਯਾਰ, ਕਿ ਯਾਰ ਬੜੀ ਬੁਰੀ ਤਰ੍ਹਾਂ ਅਸੀਂ ਫਸ ਗਏ ਜਾਂ ਕੀ ਹੋ ਗਿਆ? ਚਲੋ ਭੋਲੇ ਦੇ ਦਰਬਾਰ ਜਾ ਰਹੇ ਹੋ, ਉਸ ਤੋਂ ਉੱਪਰ ਤਾਂ ਵੈਸੇ ਕੋਈ ਚੀਜ਼ ਨਹੀਂ ਹੈ, ਬਟ ਲੇਕਿਨ ਕਿਤੇ ਨਾ ਕਿਤੇ ਯਾਤਰਾ ਜਿਹੜੀ ਬੜੀ ਕਠਿਨ ਹੈ ਨਾ, ਉਹ ਕਿਹੜੇ ਐਸੇ ਪਲ ਨੇ ਜਿਹੜੇ ਤੁਹਾਡੇ ਧਿਆਨ ਦੇ, ਤੁਹਾਡੇ ਜ਼ਿਹਨ ਦੇ ਵਿੱਚ ਆਉਣ? ਸਾਡੇ ਜਿਹੜੇ ਜ਼ਿਹਨ ਦੇ ਵਿੱਚ ਪਲ ਨੇ ਜੀ, ਸਭ ਤੋਂ ਪਹਿਲਾ ਪਲ ਤਾਂ ਉਹ ਆਇਆ ਸੀਗਾ, ਕਿ ਜਦੋਂ ਅਸੀਂ ਇੱਕ ਸ਼ੋਟ ਪੈਂਦਾ ਵਿੱਚੋਂ, ਅਸੀਂ ਉਹ 54 ਕਿਲੋਮੀਟਰ ਦਾ ਸ਼ੋਟ ਮਾਰਿਆ ਸੀਗਾ। ਸਵੇਰੇ ਚੱਲ ਕੇ ਪਹਾੜ ਦੇ ਉੱਪਰ ਚੜ੍ਹੇ ਸੀਗੇ।
ਉਸ ਰਸਤੇ ਦੇ ਵਿੱਚ ਸਾਡੇ ਪੈਰਾਂ ਤੇ ਜੋਕਾਂ ਚਿਮੜ ਗਈਆਂ, ਸਾਡੇ ਮੂਹਰੇ ਤੋਂ ਭੋਲੇਨਾਥ ਦਾ ਸਵਰੂਪ ਸੱਪ ਨਿਕਲੇ। ਅਸੀਂ ਬਹੁਤ ਜ਼ਿਆਦਾ ਡਰ ਚੁੱਕੇ ਸੀਗੇ। ਇੰਨਾ ਕੁ ਡਰ ਚੁੱਕੇ ਸੀਗੇ ਕਿ ਹੁਣ ਕੀ ਕਰੀਏ, ਯਾਤਰਾ ਅੱਗੇ ਕਰੀਏ ਜਾਂ ਨਾ ਕਰੀਏ। ਪਰ ਮਹਾਦੇਵ ਦਾ ਆਸ਼ੀਰਵਾਦ ਸੀਗਾ ਕਿ ਸਾਨੂੰ ਉਹ ਜਿਹੜੀ ਅਲੌਕਿਕ ਸ਼ਕਤੀ ਸੀ ਨਾ, ਧੱਕੇ ਨਾਲ ਹੀ ਖਿੱਚ ਕੇ ਲੈ ਕੇ ਜਾਏਗੀ। ਜਦੋਂ ਸਾਨੂੰ ਭੋਲਿਆਂ ਨੇ ਦੱਸਿਆ ਵੀ ਸਾਡੇ ਤੋਂ ਅੱਗੇ ਇੱਕ ਮਿਲੇ ਸੀ ਸਾਨੂੰ ਰਾਈਡਰ ਭੋਲਾ, ਵੀ ਅਸੀਂ ਸ਼ੇਰ ਦੇਖਿਆ, ਉਹਨਾਂ ਨੇ ਸਾਨੂੰ ਵੀਡੀਓ ਵੀ ਦਈ, ਅਸੀਂ ਉਹ ਵੀ ਤੁਹਾਡੇ ਚੈਨਲ ਦੇ ਰਾਹੀਂ ਦਿਖਾਵਾਂਗੇ ਲੋਕਾਂ ਨੂੰ ਸ਼ੇਰ ਦੀ, ਕਿ ਅਸੀਂ ਡਰ ਚੁੱਕੇ ਸੀਗੇ ਕਿ ਜੰਗਲਾਂ 'ਚ ਕਿਵੇਂ ਜਾਈਏ, ਕਿਉਂਕਿ ਉਸ ਜੰਗਲ 'ਚ ਨਾ ਕੋਈ ਗੱਡੀ ਆ ਰਹੀ ਆ, ਨਾ ਕੋਈ ਬੱਸ ਆ ਰਿਹਾ, ਨਾ ਕੋਈ ਕੁਛ। ਅਸੀਂ ਜੰਗਲਾਂ 'ਚੋਂ ਪੈਦਲ ਇਕੱਲੇ ਜਾ ਰਹੇ ਸੀਗੇ ਕਿ ਜੇ ਕੋਈ ਜੀਵ ਜੰਤੂ ਆ ਗਿਆ, ਭੋਲੇਨਾਥ ਸਾਡੀ ਰਕਸ਼ਾ ਤੂੰ ਹੀ ਕਰਨੀ ਹੈ। ਅਸੀਂ ਉੱਥੇ ਬਹੁਤ ਜ਼ਿਆਦਾ ਡਰ ਚੁੱਕੇ ਸੀ, ਸਾਰੇ ਕਾਵੜੀਏ। ਬਿਲਕੁਲ। ਸੋ ਇਹ ਸਨ ਉਹ ਭੋਲੇ ਦੇ ਭਗਤ ਜਿਹੜੇ ਇੰਨੀ ਕਠਿਨ ਚੜ੍ਹਾਈ ਕਰਕੇ ਕਿਨੌਰ ਕੈਲਾਸ਼ ਜਾ ਕੇ, ਜਿਨ੍ਹਾਂ ਨੇ ਜਿਵੇਂ ਦੱਸ ਰਹੇ ਨੇ ਕਿ ਅਸੀਂ ਜਦੋਂ ਉੱਥੇ ਭੋਲੇ ਸ਼ੰਕਰ ਦੇ ਦਰਬਾਰ ਤੇ ਪਹੁੰਚੇ, ਅੱਖਾਂ 'ਚ ਅਥਰੂ ਜ਼ਰੂਰ ਸੀ, ਲੇਕਿਨ ਉਹ ਆਨੰਦ ਹੀ ਕੁਛ ਹੋਰ ਸੀਗਾ। ਬਹਾਵਲਪੁਰੀ ਟੀਵੀ ਲਈ ਪਟਿਆਲਾ ਤੋਂ ਸੋਨੂੰ ਬਦਵਾ।